ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਅਗਮ ਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ। ਛੰਤ ਅਨ ਕਾਇ ਰਾਤੜਿਆ ਵਾਟ ਦੁਹੇਲੀ ਰਾਮ। ਪਾਪ ਕਮਾਵੰਦਿਆਂ ਤੇਰਾ ਕੋਈ ਨ ਬੇਲੀ ਰਾਮ। ਕੋਈ ਨ ਬੇਲੀ ਹੋਏ ਤੇਰਾ। ਸਦਾ ਪਛੋਤਾਵੇ ਗੁਣ ਗੋਪਾਲ ਨ ਜਪੇ ਰਸਨਾ। ਫਿਰ ਕਤਹੁ ਸੇ ਦੇ ਆਵੇ। ਤਰਵਰ ਵਿਸੁੰਨੇ ਨੈ ਪਾਤ ਜੁੜਤੇ। ਜਮ ਮਗ ਗੌਣ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ। ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੇ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਆਪ ਸਾਰੇ ਜੋ ਕਿ ਦੀਨ ਦੁਨੀ ਦੇ ਮਾਲਕ। ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਜੀਵਨ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਜੀ ਦੀ ਕਿਰਪਾ ਸਦਕਾ ਗੁਰਬਾਣੀ ਦੀ ਜੋ ਲੜੀਵਾਰ ਕਥਾ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ, ਜਿਹਦੇ ਤਹਿਤ ਪਾਵਨ ਸ਼ਬਦ ਜੋ ਵਿਚਾਰ ਅਧੀਨ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 546 ਔਰ 547 ਅੰਗ ਤੇ ਸੁਭਾਏਮਾਨ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਵਿੱਚ ਮਨੁੱਖ ਨੂੰ ਸਮਝਾ ਰਹੇ ਹਨ ਜੋ ਪਾਪਾਂ ਦੇ ਵਿੱਚ ਗਲਤਾਨ ਹੈ, ਜੋ ਵਾਹਿਗੁਰੂ ਨੂੰ ਭੁਲਾ ਕੇ ਹਰ ਸਮੇਂ ਵਿਸ਼ਿਆਂ ਦੇ ਵਿੱਚ, ਵਿਕਾਰਾਂ ਦੇ ਵਿੱਚ ਗਲਤਾਨ ਹੋਇਆ ਹੈ। ਸਤਿਗੁਰੂ ਜੀ ਸੁਚੇਤ ਕਰਦੇ ਨੇ, ਹੈ ਮਨੁੱਖ, ਇਹ ਜੀਵਨ ਬੜਾ ਕੀਮਤੀ ਹੈ। ਇਸ ਤੋਂ ਲਾਹਾ ਲੈ ਵਾਹਿਗੁਰੂ ਦੀ ਬੰਦਗੀ ਕਰਕੇ, ਨਾਮ ਜਪ ਕੇ, ਸਿਮਰਨ ਕਰਕੇ। ਪਰ ਤੂੰ ਤਾਂ ਪਾਪਾਂ ਦੇ ਵਿੱਚ ਗਲਤਾਨ ਹੋ ਰਿਹਾ ਹੈ। ਇਸ ਦਾ ਬਹੁਤ ਭਾਰੀ ਦੁੱਖ ਤੈਨੂੰ ਪ੍ਰਾਪਤ ਹੋਵੇਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਹਨ, ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ। ਛੰਤ
ਬਿਹਾਗੜਾ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਸ਼ਬਦ ਉਚਾਰਨ ਕੀਤਾ ਹੈ ਸ਼ੰਤ ਰੂਪ ਦੇ ਵਿੱਚ। ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ। ਜਿਹੜੇ ਮਨੁੱਖ ਅੱਜ ਆਪਾਂ ਵੇਖਦੇ ਹਾਂ ਇਹ ਕਹਿੰਦੇ ਨੇ ਵੀ ਅੱਗੇ ਕੋਈ ਜੰਮ ਜੁਮ ਨਹੀਂ ਹੁੰਦੇ। ਮਹਾਰਾਜ ਕਹਿੰਦੇ ਹੋਰ ਕੰਮਾਂ ਵਿੱਚ ਕਿਉਂ ਤੂੰ ਰੱਤਾ ਹੋਇਆ ਹੈ, ਜੁੜਿਆ ਹੋਇਆ ਹੈ। ਜਿਹੜੀ ਤੇਰੀ ਅਗਲੀ ਪਵਾਟ ਹੈ, ਰਸਤਾ ਹੈ, ਉਹ ਬੜੀ ਦੁਹੇਲੀ ਹੈ, ਦੁਖਦਾਇਕ ਹੈ। ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ। ਵਾਟ ਮੈਨੇ ਰਸਤਾ, ਦੁਹੇਲੀ ਮੈਨੇ ਦੁੱਖ ਰੂਪ ਹੈ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਮਨੁੱਖ ਨੇ ਇੱਕ ਥਾਂ ਤੋਂ ਦੂਸਰੇ ਥਾਂ ਤੇ ਜਾਣਾ ਹੋਵੇ ਤੇ ਰਸਤੇ ਬਾਰੇ ਪੁੱਛਦਾ ਹੈ। ਜਿਹੜੇ ਲੋਕ ਪਹਿਲਾਂ ਉਸ ਰਸਤੇ ਤੇ ਗਏ ਆਏ ਨੇ ਪੁੱਛਦਾ ਹੈ ਵੀ ਰਸਤਾ ਕਿੰਨਾ ਕੁ ਲੰਬਾ ਹੈ, ਉਹ ਰਸਤਾ ਕੈਸਾ ਹੈ। ਜਿਹੜੇ ਜਾਣਕਾਰ ਨੇ ਉਹ ਦੱਸ ਦਿੰਦੇ ਨੇ ਵੀ ਉਹ ਰਸਤਾ ਵਧੀਆ ਹੈ, ਜਾਂ ਉਹ ਰਸਤੇ ਵਿੱਚ ਜੰਗਲ ਪੈਂਦੇ ਨੇ, ਜਾਨਵਰ ਨੇ, ਦੁਖਦਾਇਕ ਹੈ, ਕਿਸ ਤਰ੍ਹਾਂ ਦਾ ਹੈ। ਇਸੇ ਤਰ੍ਹਾਂ ਸਾਨੂੰ ਗੁਰੂ ਪਾਤਸ਼ਾਹ ਜੀ ਦੱਸਦੇ ਨੇ ਭਾਈ ਜਿਹੜਾ ਤੇਰੀ ਆਤਮਾ ਨੇ ਅੱਗੇ ਰਸਤਾ ਤੈਅ ਕਰਨਾ ਹੈ ਪੈਂਡਾ, ਉਹ ਬੜਾ ਦੁੱਖ ਰੂਪ ਹੈ। ਉਸ ਰਸਤੇ ਵਾਸਤੇ ਤੂੰ ਕੋਈ ਤਿਆਰੀ ਕਰ। ਸਤਿਗੁਰੂ ਜੀ ਦੇ ਆਪਾਂ ਅੰਮ੍ਰਿਤ ਬਚਨ ਸੁਖਮਨੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਜਿਹ ਮਾਰਗ ਕੇ ਗਣੇ ਜਾਏ ਨਾ ਕੋਸਾ, ਹਰਿ ਕਾ ਨਾਮ ਉਹਾਂ ਸੰਗ ਤੋਸਾ। ਜਿੰਨਾ ਲੰਮਾ ਪੈਂਡਾ ਹੋਵੇ ਉਹਦੇ ਮੁਤਾਬਕ ਆਪਾਂ ਤਿਆਰੀ ਕਰਕੇ ਚੱਲਦੇ ਹਾਂ। ਜੇ ਉਹਦੇ ਮੁਤਾਬਕ ਤਿਆਰੀ ਕਰਕੇ ਨਾ ਚੱਲਾਂਗੇ ਤੇ ਖਵਾਰ ਹੋਵਾਂਗੇ। ਜਿਵੇਂ ਭਾਵੇਂ ਆਪਾਂ ਆਪਣੀ ਗੱਡੀ ਤੇ ਜਾ ਰਹੇ ਹਾਂ ਪਰ ਆਪਣੀ ਜੇਬ ਵਿੱਚ ਪੈਸਾ ਨਹੀਂ, ਗੱਡੀ ਵਿੱਚ ਤੇਲ ਵੀ ਥੋੜ੍ਹਾ ਸੀ ਤੇ ਅੱਗੇ ਜਾ ਕੇ ਉਹ ਤੇਲ ਮੁੱਕ ਗਿਆ ਤੇ ਹੁਣ ਇੱਕ ਤੇ ਆਪਣੇ ਆਪ ਨੂੰ ਨਾਲ ਲੈ ਕੇ ਤੁਰਨੇ, ਇੱਕ ਗੱਡੀ ਨੂੰ। ਕੋਈ ਮੰਗਿਆ ਉੱਥੇ ਪੈਸਾ ਨਹੀਂ ਦਿੰਦਾ, ਕੋਈ ਮੰਗਿਆ ਤੇਲ ਨਹੀਂ ਦਿੰਦਾ ਤੇ ਬੰਦਾ ਬੜਾ ਪਰੇਸ਼ਾਨ ਹੋ ਜਾਂਦਾ ਵੀ ਹੁਣ ਮੈਂ ਕਰਾਂ ਕੀ। ਇਹ ਤੇ ਪਹਿਲਾਂ ਸੋਚਣਾ ਸੀ ਵੀ ਇੰਨੇ ਲੰਮੇ ਪੈਂਡੇ ਤੇ ਚੱਲਿਆ ਹਾਂ, ਤੇਲ ਵੀ ਫੁੱਲ ਕਰ ਲਵਾਂ, ਜੇਬ ਵਿੱਚ ਕੁਝ ਧਨ ਵੀ ਪਾ ਲਵਾਂ, ਰਸਤੇ ਵਿੱਚ ਹੋਰ ਵੀ ਲੋੜ ਪੈ ਸਕਦੀ ਹੈ। ਕੋਈ ਤਿਆਰੀ ਨਹੀਂ ਕੀਤੀ, ਘਰੋਂ ਚੱਲ ਪਿਆ। ਆਪਾਂ ਵੇਖਦੇ ਹਾਂ ਕਈ ਵਾਰ ਨੌਜਵਾਨ ਬੱਚੇ ਜਾਂਦੇ ਨੇ ਹੇਮਕੁੰਟ ਸਾਹਿਬ ਯਾਤਰਾ ਕਰਨ, ਜਾਂ ਉਹ ਕਈ ਵਾਰ ਕਹਿੰਦੇ ਚਲੋ ਛੱਡੋ ਪਰਾਂ, ਗਰਮ ਕੱਪੜੇ ਕੀ ਲੈਣੇ। ਉੱਥੇ ਜਾ ਕੇ ਜਦੋਂ ਠੰਡ ਲੱਗਦੀ ਫਿਰ ਕਹਿੰਦੇ ਵੀ ਹੁਣ ਆਪਾਂ ਪ੍ਰਬੰਧ ਨਹੀਂ ਕੀਤਾ, ਘਰੋਂ ਲੈ ਕੇ ਆਉਂਦੇ ਚੰਗੀ ਗੱਲ ਹੁੰਦੀ। ਪਰ ਉੱਥੇ ਮੌਕੇ 'ਤੇ ਕੁਝ ਮਸਲਾ ਹੱਲ ਨਹੀਂ ਹੁੰਦਾ। ਇਸੇ ਤਰ੍ਹਾਂ ਆਪਾਂ ਕਿਤੇ ਵੀ ਜਾਣਾ, ਕੋਈ ਵੀ ਕਾਰਜ ਕਰਨਾ, ਆਪਾਂ ਉਹਦੀ ਪਹਿਲਾਂ ਤਿਆਰੀ ਕਰਦੇ ਹਾਂ ਵੀ ਸਾਨੂੰ ਉਹਦੇ ਵਿੱਚ ਪਰੇਸ਼ਾਨੀ ਨਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਸੇ ਤਰ੍ਹਾਂ ਭਾਈ ਤੂੰ ਆਪਣੀ ਅੱਗੇ ਦੀ ਤਿਆਰੀ ਕਰ। ਆਗਾਹਾਂ ਕੂ ਧਰਾਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿਜ ਵਿਹਾ ਵਾਰ ਵੌੜ ਨਾ ਹੋਵੀ ਜਨਮੜਾ। ਉਹ ਵਾਟ ਮਹਾਰਾਜ ਦੱਸ ਰਹੇ ਨੇ। ਜਿਹੜੇ ਲੋਕ ਕਹਿੰਦੇ ਨਹੀਂ ਅੱਗੇ ਕੁਝ ਨਹੀਂ ਹੁੰਦਾ, ਮਹਾਰਾਜ ਕਹਿੰਦੇ ਉਹ ਵਾਟ ਰਸਤਾ ਬੜਾ ਔਖਾ ਹੈ। ਜੇ ਮਾਰ ਕੇ ਗਣੇ ਜਾਏ ਨਾ ਕੋਸਾ, ਉਹਦੇ ਤੇ ਪਤਾ ਨਹੀਂ ਕਿੰਨੇ ਕੁ ਲੰਮਾ ਪੈਂਡਾ ਹੈ, ਕੋਈ ਨਹੀਂ ਗਿਣੇ ਜਾਂਦੇ ਉਹਦੇ ਕਿੰਨੀ ਮੀਲ ਹੈ। ਉਹ ਵਾਟ ਬੜੀ ਦੁਹੇਲੀ ਹੈ, ਬੜੀ ਦੁੱਖ ਰੂਪ ਹੈ। ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਮਾਉਂਦਿਆਂ ਤੇਰਾ ਬੇਲੀ ਰੱਬ ਨੇ ਨਹੀਂ ਬਣਨਾ। ਪਾਪ ਦਾ ਸੰਬੰਧ ਸਾਡੇ ਸਰੀਰ ਨਾਲ ਨਹੀਂ ਹੈ, ਇਹ ਵੀ ਆਪਾਂ ਸਮਝ ਲਈਏ ਵਿਚਾਰ। ਪਾਪ ਦਾ ਸੰਬੰਧ ਸਾਡੇ ਮਨ ਨਾਲ ਹੈ, ਅਪਰਾਧ ਦਾ ਸੰਬੰਧ ਸਾਡੇ ਤਨ ਨਾਲ ਹੈ।
ਪਾਪ ਇੱਕ ਵਿਚਾਰ ਹੈ। ਉਸ ਵਿਚਾਰ ਨੂੰ ਜਦੋਂ ਆਪਾਂ ਅੰਜਾਮ ਦੇ ਦਿੰਦੇ ਹਾਂ ਤਾਂ ਉਹ ਅਪਰਾਧ ਬਣ ਜਾਂਦਾ ਹੈ। ਮੰਨ ਲਓ ਮਨ ਵਿੱਚ ਪਾਪ ਆ ਗਿਆ, ਮਾੜੀ ਵਿਚਾਰ ਆ ਗਈ ਕਿਸੇ ਦਾ ਨੁਕਸਾਨ ਕਰਨ ਦੀ, ਤੇ ਉਸ ਵਿਚਾਰ ਨੂੰ ਆਪਾਂ ਕਰਮ ਵਿੱਚ ਤਬਦੀਲ ਕਰਤਾ, ਉਹਨੂੰ ਕਰ ਲਿਆ, ਤਾਂ ਉਹ ਅਪਰਾਧ ਬਣ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬੜਾ ਗਹਿਰਾ ਵਚਨ ਕਰ ਰਹੇ ਨੇ ਕਿ ਪਾਪ ਕਮਾਉਂਦੇ ਆ। ਪਾਪ ਕੌਣ ਕਮਾਉਂਦਾ? ਸਾਡਾ ਮਨ, ਕਿਉਂਕਿ ਮਨ ਸੋਚੀ ਜਾਂਦਾ ਮਾੜਾ। ਸ਼ਾਸਤਰਾਂ ਵਿੱਚ 10 ਤਰ੍ਹਾਂ ਦੇ ਪਾਪ ਦੱਸੇ ਨੇ, ਜਿਹਦੇ ਵਿੱਚੋਂ 4 ਤਰ੍ਹਾਂ ਦਾ ਪਾਪ ਕੱਲਾ ਜ਼ਬਾਨ ਦਾ ਹੈ, ਔਰ 3 ਤਰ੍ਹਾਂ ਦਾ ਪਾਪ ਮਨ ਦਾ ਹੈ, 3 ਤਰ੍ਹਾਂ ਦਾ ਪਾਪ ਤਨ ਦਾ ਹੈ। ਮਨ ਕਰਕੇ ਪਾਪ ਕੀ ਹੈ? ਕਿਸੇ ਦੀ ਜ਼ਿੰਦਗੀ ਬਾਰੇ ਮਾੜਾ ਸੋਚਣਾ, ਵੀ ਇਸ ਬੰਦੇ ਨੂੰ ਮਾਰ ਹੀ ਦਿੱਤਾ ਜਾਵੇ। ਜਦੋਂ ਇਸ ਤਰ੍ਹਾਂ ਦੀ ਮਨ ਵਿੱਚ ਵਿਚਾਰ ਆਉਂਦੀ ਹੈ, ਮਨ ਦਾ ਪਾਪ ਹੈ। ਕਿਸੇ ਦੇ ਧਨ ਬਾਰੇ, ਪ੍ਰਾਪਰਟੀ ਬਾਰੇ ਮਾੜਾ ਸੋਚਣਾ, ਵੀ ਇਹਦੀ ਇੰਨੀ ਪ੍ਰਾਪਰਟੀ ਕਿਉਂ ਹੈ, ਉਹਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ। ਉਹਦੀ ਕੋਈ ਵੀ ਪ੍ਰਾਪਰਟੀ ਹੈ, ਭਾਵੇਂ ਪਰਿਵਾਰ ਹੈ, ਕਾਰੋਬਾਰ ਹੈ, ਜ਼ਮੀਨ ਜਾਇਦਾਦ ਹੈ, ਜੋ ਕੁਝ ਵੀ ਹੈ ਸਾਰਾ। ਤੇ ਤੀਸਰਾ ਜਿਹੜਾ ਪਾਪ ਹੈ ਮਨ ਦਾ, ਕਿਸੇ ਦੇ ਜ਼ਿੰਦਗੀ ਬਾਰੇ ਮਾੜਾ ਸੋਚਣਾ, ਕਿਸੇ ਦੇ ਧਨ ਬਾਰੇ ਮਾੜਾ ਸੋਚਣਾ, ਤੇ ਕਈ ਵਾਰ ਕਿਸੇ ਦੀ ਸ਼ੋਭਾ ਵਡਿਆਈ ਉਹ ਵੀ ਬਰਦਾਸ਼ਤ ਨਹੀਂ ਹੁੰਦੀ, ਉਹਦੀ ਇੱਜ਼ਤ ਅਸਮਤ ਬਾਰੇ ਮਾੜਾ ਸੋਚਣਾ, ਵੀ ਇਹਨੂੰ ਕਿਵੇਂ ਬੁਰਾ ਦਿਖਾਇਆ ਜਾਵੇ, ਮਾੜਾ ਦਿਖਾਇਆ ਜਾਵੇ, ਇਹਦੀ ਇਹ ਸ਼ੋਭਾ ਨਹੀਂ ਹੋਣੀ ਚਾਹੀਦੀ, ਇਹਦੀ ਇੱਜ਼ਤ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਦਾ ਪਾਪ ਮਨੁੱਖ ਦੇ ਮਨ ਵਿੱਚ ਚੱਲੀ ਜਾਂਦਾ ਹੈ, ਕਿਸੇ ਨਾ ਕਿਸੇ ਦੇ ਪਰਥਾਏ ਚੱਲੀ ਜਾਂਦਾ ਹੈ। ਕਦੇ ਕਿਸੇ ਦੀ ਜ਼ਿੰਦਗੀ ਬਾਰੇ, ਕਿਸੇ ਦੇ ਧਨ ਬਾਰੇ, ਕਿਸੇ ਦੀ ਇੱਜ਼ਤ ਸ਼ੋਭਾ ਵਡਿਆਈ ਬਾਰੇ। ਤਾਂ ਮਹਾਰਾਜ ਕਹਿੰਦੇ ਜਦੋਂ ਮਨ ਵਿੱਚ ਪਾਪ ਚੱਲ ਰਿਹਾ, ਉਹ ਨਾਮ ਨਹੀਂ ਜਪ ਸਕੇਗਾ। ਤੇ ਇਸ ਤਰ੍ਹਾਂ ਦੇ ਜਿਹੜਾ ਵਿਚਾਰ ਵਾਲਾ ਬੰਦਾ ਹੈ, ਰੱਬ ਵੀ ਉਹਦੀ ਬਾਂਹ ਨਹੀਂ ਪਕੜਦਾ। ਪਾਪ ਕਮਾਵਦਿਆਂ ਤੇਰਾ ਕੋਏ ਨਾ ਬੇਲੀ ਰਾਮ। ਪਾਪੀ ਬੰਦੇ ਦੀ ਪਰਮਾਤਮਾ ਸਹਾਇਤਾ ਨਹੀਂ ਕਰਦਾ, ਸਹਾਇਤਾ ਕਰਦਾ ਹੈ ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦਿਓਏ। ਪਾਪੀ ਨੂੰ ਤਾਂ ਸਗੋਂ ਰੱਬ ਵੱਲੋਂ ਸਜ਼ਾ ਦਿੱਤੀ ਜਾਂਦੀ ਹੈ। ਤੁਮਾਰਾ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਕੋਏ ਨਾ ਵੇਲੀ ਹੋਏ ਤੇਰਾ ਸਦਾ ਪਛੋਤਾਵੇ। ਪਰਮਾਤਮਾ ਕੀ ਸੰਸਾਰ ਦੀ ਕੋਈ ਵੀ ਹਸਤੀ, ਕੋਈ ਵੀ ਜੀਵ ਇਹਦਾ ਬੇਲੀ ਨਹੀਂ ਹੁੰਦਾ। ਮਾੜੇ ਕੰਮਾਂ ਦੇ ਵਿੱਚ ਕੋਈ ਵੀ ਇਹਦਾ ਬੇਲੀ ਨਹੀਂ ਬਣਦਾ, ਸਦਾ ਪਛੋਤਾਵੇ, ਫਿਰ ਇਹ ਪਛਤਾਉਂਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਨਾ ਬਹੁਤ ਸਾਰੇ ਮਹਾਂਪੁਰਖਾਂ ਦਾ ਜ਼ਿਕਰ ਕੀਤਾ, ਉਹਨਾਂ ਵਿੱਚੋਂ ਵਾਲਮੀਕ ਜੀ ਦਾ ਵੀ ਜ਼ਿਕਰ ਕੀਤਾ ਹੈ। ਪਰ ਇਹ ਵਾਲਮੀਕ ਜੀ ਪਹਿਲਾਂ ਮਹਾਂਪੁਰਸ਼ ਨਹੀਂ ਸੀ। ਇਹ ਪਹਿਲਾਂ ਕੀ ਕਰਦੇ ਸੀ? ਜੰਗਲ ਵਿੱਚ ਛੁਪ ਕੇ ਬਹਿ ਜਾਣਾ। ਪੁਰਾਣੇ ਸਮੇਂ ਇਸ ਤਰ੍ਹਾਂ ਦੇ ਹੁੰਦੇ ਸੀ। ਜਿਹੜੀ ਪੱਗ ਡੰਡੀ ਤੋਂ ਲੋਕ ਲੰਘਦੇ ਸਨ, ਇਹਨੇ ਛੁਪ ਕੇ ਬੈਠਾ ਹੋਣਾ। ਜਦੋਂ ਦੇਖਣਾ ਹਨੇਰਾ ਸਵੇਰਾ ਕੋਈ ਇਕੱਲਾ ਜਾ ਰਿਹਾ ਹੈ, ਇਹਨੇ ਕੁਹਾੜੇ ਨਾਲ ਬੰਦਾ ਮਾਰ ਦੇਣਾ, ਉਹਦਾ ਸਾਰਾ ਕੁਝ ਖੋਹ ਲੈਣਾ। ਵਾਟੈ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾਰਾ। ਭਾਈ ਗੁਰਦਾਸ ਜੀ ਲਿਖਦੇ ਨੇ,
ਰਸਤੇ ਵਿੱਚ ਜਾਂਦੇ ਹੋਏ ਮਨੁੱਖਾਂ ਨੂੰ ਮਾਰ ਦਿੰਦਾ ਸੀ, ਜੰਗਲ ਵਿੱਚ ਲਾਸ਼ਾਂ ਸੁੱਟ ਦੇਣੀਆਂ, ਲੁੱਟ ਲੈਣਾ। ਇੱਕ ਦਿਨ ਪੂਰਨ ਮਹਾਤਮਾ ਆ ਗਿਆ, ਗੁਰਮੁਖ ਰੱਬ ਦਾ ਪਿਆਰਾ, ਬੰਦਗੀ ਕਰਨ ਵਾਲਾ। ਵਾਟੇ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾੜਾ। ਪੂਰਾ ਸਤਿਗੁਰ ਭੇਟਿਆ, ਮਨ ਵਿੱਚ ਹੋਆ ਖਿੰਝੋ ਤਾੜਾ। ਪੂਰਾ ਸੀਨਾ ਉਹ ਪੂਰਾ ਮਿਲ ਗਿਆ। ਉਹਨੇ ਬਸ ਮੇਰ ਦੀ ਦ੍ਰਿਸ਼ਟੀ ਨਾਲ ਤੱਕਿਆ। ਉਹ ਕਹਿੰਦੇ ਭਲਿਆ ਕੀ ਕਰਦਾ ਹੈ? ਕਹਿਣ ਲੱਗਾ ਜੋ ਕੁਝ ਤੁਹਾਡੇ ਕੋਲ ਹੈ ਧਰ ਦਿਓ ਇੱਥੇ, ਨਹੀਂ ਤੇ ਜਾਨੋਂ ਮਾਰ ਦਾਂਗਾ। ਮਹਾਂਪੁਰਖ ਕਹਿਣ ਲੱਗੇ ਭਾਈ ਇਹ ਕਰਮ ਕਿਉਂ ਕਰਦਾ ਹੈ? ਕਹਿਣ ਲੱਗਾ ਸਾਡੀ ਕਿਰਤ ਹੈ, ਪਹਿਲਾਂ ਮੇਰਾ ਪਿਓ ਕਰਦਾ ਸੀ, ਹੁਣ ਮੈਂ ਇਹੀ ਕੁਝ ਕਰਦਾ ਹਾਂ। ਤਾਂ ਉਹ ਗੁਰਮੁਖ ਕਹਿਣ ਲੱਗੇ ਭਲਿਆ ਕਿਸੇ ਨੇ ਤੇਰਾ ਬੇਲੀ ਨਹੀਂ ਹੋਣਾ, ਇਹ ਪਾਪ ਹੈ, ਇਹ ਅਪਰਾਧ ਹੈ, ਇਹ ਮਾੜਾ ਕਰਮ ਹੈ। ਕਹਿੰਦਾ ਨਹੀਂ ਨਹੀਂ, ਮੇਰੇ ਮਾਂ ਪਿਓ, ਮੇਰੀ ਇਸਤਰੀ, ਮੇਰੇ ਬੱਚੇ ਮੇਰੇ ਤੇ ਜਿੰਦ ਵਾਰਦੇ ਨੇ, ਮੇਰੇ ਅੱਧੇ ਬੋਲ ਤੇ ਦੌੜੇ ਚੱਲੇ ਆਉਂਦੇ ਨੇ। ਉਹ ਮਹਾਂਪੁਰਖ ਕਹਿਣ ਲੱਗੇ ਭਲਿਆ ਕਿਸੇ ਨੇ ਤੇਰਾ ਸਾਥੀ ਨਹੀਂ ਬਣਨਾ, ਜਾ ਕੇ ਪੁੱਛ ਕੇ ਆ। ਜਦੋਂ ਗਿਆ ਪੁੱਛਣ ਵਾਸਤੇ, ਸਾਰਿਆਂ ਨੇ ਜਵਾਬ ਦੇ ਦਿੱਤਾ। ਕਹਿੰਦਾ ਵੀ ਜਦੋਂ ਮੈਨੂੰ ਜਮਾਂ ਦੀ ਮਾਰ ਪਏਗੀ, ਅੱਗੇ ਲੇਖਾ ਜੋਖਾ ਹੋਵੇਗਾ, ਤੁਸੀਂ ਮੇਰਾ ਸਾਥ ਦੇਵੋਗੇ? ਉਹ ਕਹਿੰਦੇ ਅਸੀਂ ਕਿਉਂ ਸਾਥ ਦਈਏ, ਅਸੀਂ ਸਾਥ ਦੇਣਾ ਵੀ ਚਾਹੀਏ ਤੇ ਨਾਲ ਨਹੀਂ ਜਾ ਸਕਦੇ, ਫਿਰ ਅਸੀਂ ਤੇਰੇ ਥਾਂ ਤੇ ਕਿਉਂ ਦੁੱਖ ਪਾਈਏ? ਜਿਹੜਾ ਬੜਾ ਮਨ ਵਿੱਚ ਉਤਸ਼ਾਹ ਲੈ ਕੇ ਆਇਆ ਸੀ ਪਰਿਵਾਰ ਸਾਥ ਦੇਵੇਗਾ, ਸਾਰੇ ਪਰਿਵਾਰ ਨੇ ਹੱਥ ਖੜੇ ਕਰ ਦਿੱਤੇ। ਹੁਣ ਬੜਾ ਪਛਤਾਉਂਦਾ ਹੈ। ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵਹਿ। ਮੱਥੇ ਤੇ ਹੱਥ ਮਾਰਦਾ, ਸਾਰੀ ਉਮਰ, ਇੰਨੀ ਉਮਰ ਇਹਨਾਂ ਵਾਸਤੇ ਪਾਪ ਕਰਦਿਆਂ ਕੱਢ ਦਿੱਤੀ, ਇਹ ਸਾਥ ਹੀ ਨਹੀਂ ਦਿੰਦੇ। ਫਿਰ ਉਹ ਮਹਾਂਪੁਰਖਾਂ ਕੋਲ ਆਇਆ, ਚਰਨਾਂ ਤੇ ਢਹਿ ਪਿਆ। ਉਹਨਾਂ ਨੇ ਦੇਖਿਆ ਇਹ ਨੀਚ ਕਰਮ ਕਰਦਾ ਰਿਹਾ ਹੈ, ਸ਼ਾਸਤਰ ਦੀ ਮਰਿਆਦਾ ਹੈ ਇਸ ਤਰ੍ਹਾਂ ਦੇ ਬੰਦੇ ਨੂੰ ਸਿੱਧੇ ਤੌਰ ਤੇ ਇੱਕੋ ਦਮ ਨਾਮ ਬਾਣੀ ਦਾ ਉਪਦੇਸ਼ ਨਹੀਂ ਦਿੱਤਾ ਜਾ ਸਕਦਾ। ਉਹ ਮਰਿਆਦਾ ਹੁੰਦੀ ਹੈ। ਅੱਜ ਆਪਾਂ ਵੇਖਦੇ ਹਾਂ ਸਾਡੇ ਵਿੱਚ ਵੀ ਉਹ ਮਰਿਆਦਾ ਨਹੀਂ ਰਹੀ। ਪਹਿਲਾਂ ਨਾ ਜਿਹਨੂੰ ਅੰਮ੍ਰਿਤ ਛਕਾਉਣਾ ਹੁੰਦਾ ਸੀ ਉਹਦੀ ਪਹਿਲਾਂ ਤਿਆਰੀ ਹੁੰਦੀ ਸੀ। ਉਹ ਕੋਈ ਗੁਰਮੁਖ ਜਿਵੇਂ ਪਿੰਡਾਂ ਸ਼ਹਿਰਾਂ ਵਿੱਚ ਉਹ ਪਹਿਲਾਂ ਤਿਆਰ ਕਰਦੇ, ਉਹਨਾਂ ਨੂੰ ਬਾਣੀ ਪੜ੍ਹਨੀ ਸਿਖਾਉਂਦੇ, ਰਹਿਤ ਮਰਿਆਦਾ, ਕੇਸਰ ਖਾਣੇ। ਜਦੋਂ ਕੁਝ ਨਿਤਨੇਮ ਕਰਨ ਦੇ ਯੋਗ ਹੋ ਜਾਣਾ ਫਿਰ ਉਹਨੂੰ ਅੰਮ੍ਰਿਤ ਛਕਾਉਣਾ। ਹੁਣ ਇੱਕ ਗਿਣਤੀ ਦੀ ਹੋੜ ਲੱਗੀ ਹੈ ਵੀ ਇੰਨਿਆਂ ਨੂੰ ਮਹਾਂਪੁਰਖਾਂ ਨੇ ਅੰਮ੍ਰਿਤ ਛਕਾਤਾ ਜੀ। ਉਹ ਅੱਜ ਛਕਦੇ ਨੇ, ਅਗਲੇ ਦਿਨ ਕਿਰਪਾਨਾਂ ਲਾ ਕੇ ਰੱਖ ਦਿੰਦੇ ਨੇ। ਕਿਉਂ? ਤਿਆਰੀ ਤਾਂ ਕੋਈ ਹੈ ਨਹੀਂ। ਆਪਾਂ ਵੇਖਦੇ ਹਾਂ ਕਿਸੇ ਨੂੰ ਅਫਸਰ ਬਣਾਉਣਾ ਨਾ, ਅਫਸਰ ਦੀ ਪਦਵੀ ਤੇ ਬਿਠਾਉਣਾ ਹੈ, ਉਹ ਵੀ 20-22 ਸਾਲ ਪੜ੍ਹਦਾ ਹੈ। 20-22 ਸਾਲ ਉਹਦੀ ਤਿਆਰੀ ਚੱਲਦੀ। ਪਹਿਲਾਂ ਸਕੂਲ ਜਾਂਦਾ ਹੈ, ਫਿਰ ਹਾਈ ਸਕੂਲ, ਫਿਰ ਕਾਲਜ, ਫਿਰ ਯੂਨੀਵਰਸਿਟੀ, ਫਿਰ ਜਾ ਕੇ ਉਹਨੂੰ ਕੋਈ ਪਦਵੀ ਤੇ ਬਿਠਾਇਆ ਜਾਂਦਾ ਵੀ ਹੁਣ ਇਸ ਪਦਵੀ ਦੇ ਬੈਠਣ ਦੇ ਲਾਇਕ ਹੋ ਗਿਆ ਹੈ। ਕਿਸੇ ਨੂੰ ਸਿੱਧਾ ਤੇ ਨਹੀਂ ਨਾ ਬਿਠਾਉਂਦੇ ਆਪਾਂ। ਇਹ ਨੇਮ ਹੈ। 20-22 ਸਾਲ ਲੱਗ ਗਏ ਉਸ ਪਦਵੀ ਤੱਕ ਪਹੁੰਚਣ ਵਾਸਤੇ। ਆਪਾਂ ਕਹਿੰਦੇ ਅੰਮ੍ਰਿਤ ਸੌਖਾ ਹੀ, ਆ ਜਾਓ ਭਾਈ ਛਕ ਲਓ ਫਰੀ ਵਿੱਚ ਹੀ, ਕੋਈ ਗੱਲ ਨਹੀਂ। ਕੋਈ ਤਿਆਰੀ ਨਹੀਂ ਹੈ, ਕੋਈ ਨਿਤਨੇਮ ਨਹੀਂ ਹੈ। ਤੁਸੀਂ ਵੇਖ ਲੈਣਾ ਜਿੰਨੇ ਬਹੁਤ ਅੰਮ੍ਰਿਤਧਾਰੀ ਨੇ, ਮਾਫ ਕਰਨਾ ਸਾਧ ਸੰਗਤ, ਨਾ ਰਹਿ ਰਾਸ ਦਾ ਪਾਠ ਹੈ, ਨਾ ਜਪਜੀ ਸਾਹਿਬ ਕੰਠ ਹੈ, ਕੋਈ ਨਿਤਨੇਮ ਹੈ ਹੀ ਨਹੀਂ, ਅੰਮ੍ਰਿਤ ਛਕ ਲਿਆ ਹੈ। ਕੋਈ ਨਿਤਨੇਮ ਹੈ ਹੀ ਨਹੀਂ। ਚਲੋ ਜੇ ਬਾਣੀ ਨਹੀਂ ਪੜ੍ਹਨੀ ਆਉਂਦੀ, ਮੂਲ ਮੰਤਰ ਦਾ ਹੀ ਕੋਈ 2 ਘੰਟਿਆਂ ਦਾ ਅਭਿਆਸ, ਗੁਰਮੰਤਰ ਦਾ ਹੀ ਅਭਿਆਸ, ਬਾਣੀ ਸਿੱਖੋ।
ਇਹ ਅੰਮ੍ਰਿਤ ਮਹਾਰਾਜ ਕਹਿੰਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੁਰ ਨਰ ਮੁਨ ਜਨ, ਇਹ ਕੋਈ ਮੂਲੀ ਹਸਤੀਆਂ ਨਹੀਂ, ਬੜੇ ਬੜੇ ਦੇਵਤੇ ਰਿਸ਼ੀ ਮੁਨੀ ਇਸ ਦਾਤ ਨੂੰ ਲੋਚਦੇ ਰਹੇ ਨੇ ਪਰ ਮਿਲੀ ਨਹੀਂ। ਆਪਾਂ ਕਹਿੰਦੇ ਐਵੇਂ ਲੈ ਜਾਵੋ, ਅਗਲਾ ਉਹਦੀ ਕਦਰ ਨਹੀਂ ਕਰਦਾ। ਫਿਰ ਇਹਦੀ ਤਿਆਰੀ ਹੁੰਦੀ ਹੈ, ਪਹਿਲਾਂ ਹਰ ਇੱਕ ਚੀਜ਼ ਦੀ ਤਿਆਰੀ ਹੁੰਦੀ ਹੈ। ਤੋ ਮਹਾਂਪੁਰਖਾਂ ਨੇ ਵੇਖਿਆ ਇਹ ਨੀਚ ਕਰਮਾਂ ਵਿੱਚ ਬਹੁਤ ਸਮਾਂ ਰਿਹਾ, ਇਹਨੂੰ ਸਿੱਧਾ ਡਾਇਰੈਕਟਲੀ ਤੌਰ 'ਤੇ ਮਰਿਆਦਾ ਕਹਿੰਦੀ ਸ਼ਾਸਤਰ ਦੀ ਨਹੀਂ ਦਿੱਤਾ ਜਾ ਸਕਦਾ ਮੰਤਰ। ਤੋ ਮੰਤਰ ਉਲਟਾ ਕੇ ਦੇ ਦਿੱਤਾ, ਤੂੰ ਰਾਮ ਨਹੀਂ ਜਪਣਾ, ਤੂੰ ਮਰਾ ਮਰਾ ਜਪਣਾ ਹੈ। ਤੋ ਇਹ ਦ੍ਰਿੜਤਾ ਨਾਲ ਲੱਗ ਗਿਆ, ਮਰਾ 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 ਮਰਾਮ ਕਰਨ। ਉਹ ਸਮਾਂ ਲੱਗਾ ਤੇ ਉਹ ਮਰਾ ਤੋਂ ਰਾਮ ਬਣ ਗਿਆ ਅੰਦਰ। ਤੋ ਆਤਮਕ ਗਿਆਨ ਹੋ ਗਿਆ ਇਸ ਨੂੰ, ਮਹਾਂਪੁਰਖਾਂ ਦੀ ਗਿਣਤੀ ਦੇ ਵਿੱਚ ਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਵੇਲੀ ਨਹੀਂ ਹੋਣਾ, ਵਾਹਿਗੁਰੂ ਦਾ ਨਾਮ ਜਪ। ਗੁਣ ਗੋਪਾਲ ਨ ਜਪੇ ਰਸਨਾ ਵਿਰ ਕਦੋਂ ਸੇ ਦੇ ਆਵੇ। ਹੁਣ ਤੂੰ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪਦਾ, ਵਾਹਿਗੁਰੂ ਦੇ ਗੁਣਾਂ ਨੂੰ ਨਹੀਂ ਸਿਮਰਦਾ, ਇਹ ਦਿਨ ਮੁੜ ਕੇ ਫਿਰ ਕਦੋਂ ਨਹੀਂ ਕਦੇ ਨਹੀਂ ਆਉਣਗੇ। ਪਤਾ ਨਹੀਂ ਇਹ ਕਿੰਨੀਆਂ ਸਦੀਆਂ ਯੁਗਾਂ ਬਾਅਦ ਆਪਾਂ ਨੂੰ ਸਰੀਰ ਮਿਲਿਆ ਹੈ, ਆਤਮਾ ਨੂੰ ਇਹ ਸਰੀਰ ਮਿਲਿਆ ਹੈ। ਮਹਾਰਾਜ ਕਹਿੰਦੇ ਗੁਣ ਗੋਪਾਲ ਨਾ ਜਪੇ ਰਸਨਾ, ਹੇ ਰਸਨਾ ਤੂੰ ਵਾਹਿਗੁਰੂ ਦੇ ਗੁਣ ਨਹੀਂ ਜਪਦੀ, ਫਿਰ ਕਦੋਂ ਸੇ ਦੇ ਆਵੇ। ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਬੰਦਿਆ ਤੂੰ ਨਾਮ ਨਹੀਂ ਜਪਦਾ, ਹੁਣ ਤੈਨੂੰ ਰੱਬ ਨੇ ਜ਼ਬਾਨ ਦਿੱਤੀ, ਜੀਭਾ ਦਿੱਤੀ, ਸ਼ਕਤੀ ਦਿੱਤੀ ਬੋਲਣ ਦੀ, ਨਾਮ ਨਹੀਂ ਜਪਦਾ ਤੇ ਯਾਦ ਰੱਖ ਅੱਗੇ ਤੇਰਾ ਕੀ ਹਾਲ ਹੋਣਾ ਹੈ। ਚਾਰ ਪਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਇੱਕ ਬੈਲ ਦਾ ਪ੍ਰਮਾਣ ਦਿੱਤਾ ਹੈ, ਕਹਿੰਦੇ ਪਸ਼ੂ ਬਣ ਜਾਵੇਂਗਾ, ਦੋ ਸਿੰਘ ਹੋਣਗੇ, ਚਾਰ ਪੈਰ ਹੋਣਗੇ, ਮੁਖ ਤੋਂ ਗੂੰਗਾ ਹੋਵੇਂਗਾ। ਚਾਰ ਪਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਆਪਾਂ ਕਹਿੰਦੇ ਆ ਪਸ਼ੂ ਬੇਜ਼ਬਾਨੇ ਨੇ, ਜ਼ਬਾਨੀ ਹੈ, ਦੁੱਖ ਸੁੱਖ ਉਹਨਾਂ ਨੂੰ ਵੀ ਲੱਗਦਾ ਪਰ ਦੱਸ ਨਹੀਂ ਸਕਦੇ ਬੋਲ ਕੇ। ਚਾਰ ਪਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਊਠਤ ਬੈਠਤ ਠੇਗਾ ਪਰੈ ਤਬ ਕਤ ਮੂੰਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਫਾਟੇ ਨਾਕਣ ਟੂਟੇ ਕੋਧਣ ਕੋਧੋ ਕੋ ਪੁਸ ਗਈ ਹੈ। ਕਹਿੰਦੇ ਨੱਕ ਫਾੜ ਕੇ ਵਿੱਚ ਨੱਥ ਪਾ ਦੇਣਗੇ। ਹਲ ਪੰਜਾਲੀ ਜਦੋਂ ਪੰਜਾਲੀ ਪੈਂਦੀ ਹੈ, ਰੇੜਾ ਖਿੱਚਣਾ ਪੈਂਦਾ ਹੈ ਨਾ, ਇਹ ਕੰਧੇ ਜਿਹੜੇ ਨੇ ਮੋਢੇ ਟੁੱਟ ਜਾਂਦੇ ਨੇ। ਤੇ ਸੁੱਕੀ ਤੂੜੀ ਮਿਲਦੀ ਖਾਣ ਨੂੰ, ਉੱਠਦਿਆਂ ਬੈਠਦਿਆਂ ਜ਼ਿਮੀਂਦਾਰ ਸੋਟੀ ਮਾਰਦਾ, ਫਿਰ ਦੱਸ ਕਿਵੇਂ ਜਪੇਗਾ ਨਾਮ। ਹੁਣ ਤੇ ਕਹਿੰਦਾ ਮੇਰੇ ਕੋਲ ਟਾਈਮ ਨਹੀਂ, ਹੁਣ ਜ਼ਬਾਨ 'ਚ ਸ਼ਕਤੀ ਹੈ, ਹੁਣ ਵਾਹਿਗੁਰੂ ਵਾਹਿਗੁਰੂ ਜਪਣ ਦਾ ਟਾਈਮ ਨਹੀਂ ਹੈ। ਉਦੋਂ ਫਿਰ ਤੇਰੇ ਕੋਲ ਸਮਾਂ ਨਹੀਂ ਹੋਵੇਗਾ ਨਾਮ ਜਪਣ ਦਾ, ਉਹ ਤੇਰੇ ਕੋਲ ਹਾਲਾਤ ਨਹੀਂ ਹੋਣਗੇ ਉਸ ਤਰ੍ਹਾਂ ਦੇ ਨਾਮ ਜਪਣ ਵਾਲੇ। ਇਹ ਦਿਨ ਮੁੜ ਕੇ ਨਹੀਂ ਆਉਣੇ ਜਿਹੜੇ ਦਿਨ ਆਪਣੇ ਕੋਲ ਹੋਣ ਨੇ। ਭਾਈ ਵੀਰ ਸਿੰਘ ਲਿਖਦੇ ਨੇ, ਕਹਿੰਦੇ ਸਮਾਂ ਬੜਾ ਕੀਮਤੀ ਪਰ ਮਨੁੱਖ ਇਹਨੂੰ ਦੋ ਥਾਵਾਂ 'ਤੇ ਗਵਾ ਰਿਹਾ ਹੈ, ਜਾਂ ਤੇ ਪਿੱਛੇ ਜਿਹੜਾ ਬੀਤ ਚੁੱਕਿਆ ਹੈ ਤੇ ਜਾਂ ਫਿਰ ਆਉਣ ਵਾਲੇ ਸਮੇਂ ਬਾਰੇ ਆਪਾਂ ਸੋਚੀ ਜਾਂਦੇ ਹਾਂ। ਜਿਹੜਾ ਬੀਤ ਗਿਆ ਉਹਦੇ ਬਾਰੇ ਪਛਤਾਈ ਜਾਂਦੇ ਹਾਂ, ਜਿਹੜਾ ਆਉਣ ਵਾਲਾ ਉਹਦੇ ਬਾਰੇ ਸੋਚੀ ਜਾਂਦੇ ਹਾਂ ਵੀ ਕੀ ਬਣੇਗਾ ਕੱਲ੍ਹ ਨੂੰ। ਅੱਜ ਹੈ ਸਾਡੇ ਕੋਲ ਪਰ ਇਹ ਮੁਫਤ ਗਵਾਈ, ਅੱਜ ਸਾਡੇ ਕੋਲ ਸੀ ਇਹ ਮੁਫਤ ਵਿੱਚ ਹੀ ਗਵਾ ਦਿੱਤੀ। ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ। ਸੋਚੀ ਗਏ ਵੀ ਪਿੱਛਾ ਜਿਹੜਾ ਹੋਇਆ ਮਾੜਾ ਹੋ ਗਿਆ, ਚੰਗਾ ਨਹੀਂ ਹੋਇਆ, ਐਵੇਂ ਟਾਈਮ ਲੰਘ ਗਿਆ, ਕੱਲ੍ਹ ਨੂੰ ਕੀ ਕਰਨਾ। ਆਪਾਂ ਹੀ ਸੋਚਦੇ ਹਾਂ ਕੱਲ੍ਹ ਨੂੰ ਕੀ ਕਰਨਾ। ਮਹਾਰਾਜ ਕਹਿੰਦੇ ਕੱਲ੍ਹ ਨੂੰ ਛੱਡ ਦੇ, ਤੂੰ ਅੱਜ ਕਰ। ਅੱਜ ਤੇਰੇ ਕੋਲ ਹੈ, ਕੱਲ੍ਹ ਦਾ ਛੱਡ ਦੇ। ਕੱਲ੍ਹ ਤਾਂ ਪਤਾ ਨਹੀਂ ਤੂੰ ਦੇਖਣਾ ਕਿ ਨਹੀਂ ਦੇਖਣਾ। ਤਰਵਰ ਸੁਨੇ ਨੇ ਪਾਤ ਜੁੜਤੇ ਜਾਮਾ ਗੌਣ ਅਕੇਲੀ। ਜਿਵੇਂ ਤਰਵਰ ਨਾਮ ਦਰਖਤ ਹੈ, ਤਰਵਰ ਦਰਖਤ ਨਾਲੋਂ ਪੱਤੇ ਟੁੱਟ ਕੇ ਥੱਲੇ ਡਿੱਗਦੇ ਨੇ, ਉਹ ਮੁੜ ਕੇ ਨਹੀਂ ਜੁੜਦੇ। ਇਸੇ ਤਰ੍ਹਾਂ ਇਹ ਜਿਹੜੇ ਸਵਾਸ ਆਪਣੇ ਰੋਜ਼ ਡਿੱਗ ਰਹੇ ਨੇ, ਨਿਕਲ ਰਹੇ ਨੇ, ਇਹ ਮੁੜ ਕੇ ਨਹੀਂ ਮਿਲਣੇ ਆਪਾਂ ਨੂੰ। ਤਰਵਰ ਸੁਨੇ ਨੇ ਪਾਤ ਜੁੜਤੇ, ਪਾਤ ਮੈਨੇ ਪੱਤੇ, ਮੁੜ ਕੇ ਨਹੀਂ ਜੁੜਦੇ। ਉਸੇ ਹਾਲਾਤ ਦੇ ਵਿੱਚ
ਜਮ ਮਗ ਗਾਉਣ ਅਕੇਲੀ, ਜਿਹੜਾ ਜਮ ਦਾ ਰਸਤਾ ਉੱਥੇ ਤੈਨੂੰ ਇਕੱਲੇ ਨੂੰ ਗਾਉਣ ਕਰਨਾ ਪਵੇਗਾ, ਇਕੱਲੇ ਨੂੰ ਜਾਣਾ ਪਵੇਗਾ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ, ਨਾਮ ਤੋਂ ਬਿਨਾਂ ਰਸਤਾ ਜਮਾਂ ਦਾ ਤੇਰੇ ਵਾਸਤੇ ਬੜਾ ਦੁੱਖ ਰੂਪ ਹੋਵੇਗਾ। ਤੁਹਾਡੀ ਜੇਬ ਵਿੱਚ ਪੈਸਾ ਹੈ ਨਾ, ਜਿੱਥੇ ਮਰਜ਼ੀ ਜਾਓ ਖੁਸ਼ ਰਹੋਗੇ, ਚੜ੍ਹਦੀ ਕਲਾ ਵਿੱਚ ਰਹੋਗੇ। ਕਿਉਂ? ਪਤਾ ਹੈ ਜੇਬ ਵਿੱਚ ਪੈਸੇ ਨੇ, ATM ਜੇਬ ਦੇ ਵਿੱਚ ਹੈ, ਬੈਂਕ ਵਿੱਚ ਬੜਾ ਪੈਸਾ ਪਿਆ ਹੈ। ਜਿੱਥੇ ਮਰਜ਼ੀ ਸਟੇ ਕਰਨੀ ਹੈ ਆਪਣਾ ਪੈਸਾ ਵਰਤੋ, ਉੱਥੇ ਟੁਕੋ, ਜੋ ਮਰਜ਼ੀ ਖਾ ਪੀ ਲਓ, ਤੇ ਗੱਡੀ ਕੋਈ ਕਿਰਾਏ 'ਤੇ ਲੈ ਲਓ, ਜਿਵੇਂ ਮਰਜ਼ੀ। ਆਪਣਾ ਧਨ ਕੋਲ ਹੈ ਤੇ ਬੇਫਿਕਰੀ ਹੈ। ਪਰ ਜੇ ਧਨ ਕੋਲ ਨਾ ਹੋਵੇ, ਭੁੱਖ ਲੱਗ ਜਾਵੇ, ਪਿਆਸ ਲੱਗ ਜਾਵੇ, ਪਾਣੀ ਨਹੀਂ ਮਿਲਦਾ ਪੀਣ ਨੂੰ, ਫਿਰ ਬੜਾ ਔਖਾ ਹੁੰਦਾ। ਇਸੇ ਤਰ੍ਹਾਂ ਨਾਮ ਧਨ ਤੋਂ ਬਿਨਾਂ ਮਹਾਰਾਜ ਕਹਿੰਦੇ ਅੱਗੇ ਔਖਾ ਹੋਵੇਗਾ। ਤੂੰ ਬਲਵੰਤ ਚੱਲੂ ਕਰੈ ਸਭ ਜਾਣੈ ਜਾਣੀ ਰਾਮ, ਪਰ ਇਹ ਜੀਵ ਛੁਪ ਕਰਕੇ ਪਾਪ ਵਿਕਾਰਾਂ ਨੂੰ ਕਰਦਾ ਹੈ, ਆਪਣੇ ਜੀਵਨ ਦੇ ਵਿੱਚ ਠੱਗੀਆਂ ਮਾਰਦਾ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਸਾਰਾ ਕੁਝ ਜਾਣਦਾ ਹੈ। ਲੇਖਾ ਧਰਮ ਪਿਆ ਤਿਲ ਪੀੜੇ ਕਹਾਣੀ ਰਾਮ, ਧਰਮ ਰਾਜੇ ਦੇ ਜਦੋਂ ਲੇਖਾ ਹੋਣਾ ਇਸ ਤਰ੍ਹਾਂ ਸਜ਼ਾ ਮਿਲਣੀ ਹੈ ਜਿਵੇਂ ਤਿਲਾਂ ਨੂੰ ਕਹਾਣੀ ਵਿੱਚ ਪੀੜਿਆ ਜਾਂਦਾ ਹੈ। ਸਭ ਤੋਂ ਬਰੀਕ ਹੈ ਇਹ ਕੰਮ। ਅਜੇ ਕਣਕ ਦੇ ਦਾਣੇ ਮੋਟੇ ਹੁੰਦੇ ਨੇ, ਉਹ ਜਿਹੜੇ ਪੁੜਾਂ ਵਿੱਚ ਨਾ ਥੋੜ੍ਹੀ ਬਹੁਤੀ ਜਗ੍ਹਾ ਹੁੰਦੀ ਹੈ, ਜਿੱਥੇ ਤਿਲ ਸਭ ਤੋਂ ਬਰੀਕ ਨੇ, ਬੜੇ ਪਤਲੇ ਨੇ। ਇਹਨਾਂ ਨੂੰ ਜਦੋਂ ਕੋਹਲੂ ਵਿੱਚ ਪੀੜਿਆ ਜਾਂਦਾ, ਬੜਾ ਸਖਤਾਈ ਨਾਲ ਹੁੰਦਾ ਹੈ ਕਾਰਜ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਤੈਨੂੰ ਸਜ਼ਾ ਮਿਲੇਗੀ। ਕਿਰਤ ਕਮਾਣੇ ਦੁੱਖ ਸੋ ਪ੍ਰਾਣੀ, ਅਨੰਗ ਜੋਨ ਭਰਮਾਇਆ। ਕਿਰਤ ਕਮਾਣੇ ਦੁੱਖ ਸੋ ਪ੍ਰਾਣੀ, ਜੋ ਕਰਮ ਕਰਨੇ ਆ ਉਹਦੇ ਮੁਤਾਬਕ ਦੁੱਖ ਸਹਿਣਾ ਪਵੇਗਾ। ਤੇ ਇੱਕ ਵਾਰੀ ਨਹੀਂ, ਮਹਾਰਾਜ ਕਹਿੰਦੇ ਅਨਕ ਜੋਨ ਭਰਮਾਇਆ। ਪਤਾ ਨਹੀਂ ਕਿੰਨੀਆਂ ਗਜੂਨੀਆਂ ਦੇ ਵਿੱਚ, ਅਨਕ ਕਹਿ ਤਾਂ ਗਿਣਤੀ ਨਹੀਂ ਹੈ, ਕਿੰਨੀਆਂ ਗਜੂਨੀਆਂ ਦੇ ਵਿੱਚ ਉਹ ਦੁੱਖ ਭੋਗਣਾ ਪਵੇਗਾ। ਮਹਾਮੋਣੀ ਸੰਗ ਰਾਤਾ ਰਤਨ ਜਨਮ ਗਵਾਇਆ। ਮਹਾਮੋਣੀ ਸਭ ਤੋਂ ਵੱਡੀ ਜਿਹੜੀ ਆਕਰਸ਼ਿਤ ਕਰਨ ਵਾਲੀ ਮਾਇਆ ਹੈ, ਉਹਦੇ ਵਿੱਚ ਰੱਤਾ ਰਿਹਾ ਜੀਵ। ਰਤਨਾ ਵਰਗਾ ਕੀਮਤੀ ਜਨਮ ਗਵਾ ਲਿਆ। ਇੱਕ ਸਹਰ ਕੇ ਨਾਮ ਬਾਝੋਂ ਆਨ ਕਾਜ ਸਿਆਣੀ। ਇੱਕ ਵਾਹਿਗੁਰੂ ਦੇ ਨਾਮ ਵੱਲੋਂ ਅਣਜਾਣ ਬਣਿਆ ਰਿਹਾ, ਬਾਕੀ ਤੇ ਕੰਮ ਬੜੇ ਸਿਆਣੇ ਹੋ ਕੇ ਕਰਦਾ ਰਿਹਾ। ਹਰ ਇੱਕ ਘਰ ਬਣਾਉਣਾ ਬੜੀ ਸਿਆਣਪ ਵਰਤੀ, ਕੱਪੜਾ ਲੀੜਾ ਖਰੀਦਣਾ ਆਪਾਂ ਬੜੇ ਸਿਆਣੇ ਬਣਦੇ ਹਾਂ, ਬੜੀ ਸਿਆਣਪ ਨਾਲ ਖਰੀਦਦੇ ਹਾਂ ਨਾ। ਕੋਈ ਵੀ ਚੀਜ਼ ਖਰੀਦਣੀ ਉੱਥੇ ਮਨੁੱਖ ਬੜੀ ਸਿਆਣਪ ਵਰਤਦਾ ਹੈ। ਆਨ ਕਾਜ ਸਿਆਣੀ, ਹੋਰ ਕਾਜਾਂ ਵਿੱਚ ਕੰਮਾਂ ਵਿੱਚ ਬੜੀ ਸਿਆਣੀ ਮੱਤ ਵਰਤਦਾ ਹੈ, ਬੜਾ ਸਿਆਣਾ ਹੋ ਜਾਂਦਾ ਹੈ। ਪਰ ਨਾਮ ਵਾਲੇ ਪਾਸੇ ਮੂਰਖਾਂ ਦੀ ਤਰ੍ਹਾਂ ਰਹਿੰਦਾ ਹੈ, ਨਾਮ ਨਹੀਂ ਜਪਦਾ, ਬੰਦਗੀ ਨਹੀਂ ਕਰਦਾ। ਬਿਨਵੰਤ ਨਾਨਕ ਲੇਖ ਲਿਖਿਆ ਭਰਮ ਮੋਹ ਲੁਭਾਣੀ। ਫਿਰ ਮਹਾਰਾਜ ਕਹਿੰਦੇ ਬੇਨਤੀ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜੀਵ ਜੋ ਕਰਮ ਕਰਦਾ ਉਹਦੇ ਮੁਤਾਬਕ ਇਹਦੇ ਮੱਥੇ 'ਤੇ ਲੇਖ ਲਿਖੇ ਜਾਂਦੇ ਨੇ, ਔਰ ਉਸੇ ਦੇ ਮੁਤਾਬਕ ਇਹ ਜੀਵ ਫਿਰ ਭਟਕਦਾ ਹੈ, ਖੁਆਰ ਹੁੰਦਾ ਹੈ, ਸੰਸਾਰ ਦੇ ਮੋਹ ਵਿੱਚ ਲੁਭਾਏਮਾਨ ਹੋ ਕੇ ਆਪਣੇ ਅਸਲੀ ਜੀਵਨ ਨੂੰ ਭੁੱਲ ਜਾਂਦਾ ਹੈ। ਅਤੇ ਇਸ ਤਰ੍ਹਾਂ ਫਿਰ ਇਹ ਆਪਣੇ ਜੀਵਨ ਨੂੰ ਗਵਾ ਕਰਕੇ ਦੁੱਖ ਪਾਉਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਦੁਆਰਾ ਉਪਦੇਸ਼ ਬਖਸ਼ਿਆ ਹੈ। ਇਸ ਸ਼ਬਦ ਦੀਆਂ 2 ਪੌੜੀਆਂ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਬਾਕੀ ਸ਼ਬਦ ਦੀ ਵਿਚਾਰ ਆਉਣ ਵਾਲੇ ਸਮੇਂ ਅੰਦਰ ਸਾਂਝ ਪਾਵਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।